ਥ੍ਰੈਡ ਲਾਈਫ ਸਾਈਕਲ। ਮਲਟੀ ਥ੍ਰੈਡਿੰਗ ਦਾ ਆਪਣਾ ਟੌਪਿਕ ਚੱਲ ਰਿਹਾ ਸੀ। ਤਾਂ ਜਦੋਂ ਕੋਈ ਥ੍ਰੈਡ ਸਟਾਰਟ ਹੁੰਦਾ ਹੈ, ਉਹਨੇ ਕਿਤੇ ਨਾ ਕਿਤੇ ਜਾ ਕੇ ਖ਼ਤਮ ਵੀ ਹੋਣਾ ਹੁੰਦਾ ਹੈ। ਤੇ ਵੈਸੇ ਉਹਨੂੰ ਕਹਿੰਦੇ ਆ ਕਿ ਉਹਦੀ ਡੈਥ ਵੀ ਹੋਣੀ ਹੁੰਦੀ ਹੈ। ਉਹ ਲਾਈਫ ਸਾਈਕਲ ਹੋ ਗਿਆ ਥ੍ਰੈਡ ਦਾ। ਹਰੇਕ ਚੀਜ਼ ਦਾ ਇੱਕ ਲਾਈਫ ਸਾਈਕਲ ਹੈ। ਸੋ ਥ੍ਰੈਡ ਦਾ ਵੀ ਇੱਕ ਲਾਈਫ ਸਾਈਕਲ ਹੈ। ਉਸੇ ਤਰ੍ਹਾਂ ਉਹ ਸਟਾਰਟ ਹੁੰਦਾ, ਬੋਰਨ ਹੁੰਦਾ, ਤੇ ਫਿਰ ਉਹ ਕੰਮ ਕਰਦਾ ਹੈ। ਜਿੰਨਾ ਉਹਨੂੰ ਉਹਨੂੰ ਮਿਲਿਆ ਹੁੰਦਾ, ਉਹ ਕੰਮ ਕਰਨ ਤੋਂ ਬਾਅਦ ਉਹ ਖਤਮ ਹੋ ਜਾਂਦਾ, ਡੈਡ ਹੋ ਜਾਂਦਾ। ਸੋ ਥ੍ਰੈਡ ਦੇ ਲਾਈਫ ਸਾਈਕਲ ਦੇ ਵਿੱਚ ਵੀ ਉਸੇ ਤਰ੍ਹਾਂ ਸਟੇਜਸ ਨੇ, ਜਿਵੇਂ ਹਰੇਕ ਦੀ ਲਾਈਫ ਦੇ ਵਿੱਚ ਸਟੇਜਸ ਹੁੰਦੀਆਂ ਨੇ। ਸੋ ਆਪਾਂ ਉਹ ਡਿਸਕਸ ਇੱਥੇ ਕਰਾਂਗੇ ਕਿ ਥ੍ਰੈਡ ਦੇ ਲਾਈਫ ਸਾਈਕਲ ਦੇ ਵਿੱਚ ਕਿਹੜੀਆਂ ਕਿਹੜੀਆਂ ਸਟੇਜਸ ਆਉਂਦੀਆਂ। ਸੋ ਪਹਿਲਾਂ ਤਾਂ ਨਵਾਂ ਥ੍ਰੈਡ ਬਣਦਾ ਹੈ ਜਦੋਂ ਆਪਾਂ ਸਟਾਰਟ ਕਰਦੇ ਹਾਂ। ਆਫਟਰ ਦਾ ਕ੍ਰੀਏਸ਼ਨਸ ਆਫ ਥ੍ਰੈਡ ਇੰਸਟੈਂਸ, ਆਪਾਂ ਥ੍ਰੈਡ ਕਲਾਸ ਦਾ ਆਬਜੈਕਟ ਕ੍ਰੀਏਟ ਕੀਤਾ ਸੀ। The thread is in this state, but before start method invocation. ਥ੍ਰੈਡ ਸਿਰਫ ਬਣਿਆ ਹੈ, ਨਿਊ ਸਟੇਟ ਹੈ ਉਸਦੀ, ਪਰ ਉਹ ਹਜੇ ਸਟਾਰਟ ਨਹੀਂ ਹੋਇਆ, ਕੰਮ ਨਹੀਂ ਸ਼ੁਰੂ ਕੀਤਾ ਉਹਨੇ, ਸਿਰਫ ਕ੍ਰੀਏਟ ਹੋਇਆ ਆਬਜੈਕਟ। At this point, the thread is considered not alive. ਹਜੇ ਉਹ ਜ਼ਿੰਦਾ ਨਹੀਂ ਹੈ, ਅਲਾਈਵ ਨਹੀਂ ਮੰਨਿਆ ਜਾਂਦਾ ਉਸਨੂੰ। ਇਹ ਆਹ ਵਾਲੀ ਸਟੇਜ ਹੈ, ਨਿਊਲੀ ਕ੍ਰੀਏਟਡ ਥ੍ਰੈਡ। ਆਹ ਵਾਲੀ ਇਹ ਅਸੀਂ ਥ੍ਰੈਡ ਕਲਾਸ ਤੋਂ ਜਦੋਂ ਉਹਦਾ ਆਬਜੈਕਟ ਕ੍ਰੀਏਟ ਕਰਕੇ ਅਸੀਂ ਨਵਾਂ ਬਣਾਉਂਦੇ ਆ, ਕਿਉਂਕਿ ਸਟਾਰਟ ਨੂੰ ਕਾਲ ਕਰਾਂਗੇ ਫਿਰ ਉਹ ਚੱਲੇਗਾ, ਫਿਰ ਉਹ ਲਾਈਵ ਹੋਏਗਾ। ਅਜੇ ਉਹ ਲਾਈਵ ਨਹੀਂ ਹੋਇਆ, ਉਹ ਨਿਊਲੀ ਕ੍ਰੀਏਟਡ ਥ੍ਰੈਡ। ਉਸ ਤੋਂ ਬਾਅਦ ਆ ਜਾਂਦੀ ਹੈ ਰਨੇਬਲ ਸਟੇਟ, ਜਿਸ ਨੂੰ ਅਸੀਂ ਰੈਡੀ ਟੂ ਰਨ ਸਟੇਟ ਕਹਿੰਦੇ ਹਾਂ। ਰਨੇਬਲ ਸਟੇਟ, ਅ ਥ੍ਰੈਡ ਸਟਾਰਟਸ ਇਟਸ ਲਾਈਫ ਫਰੋਮ ਰਨੇਬਲ ਸਟੇਟ। ਪਹਿਲਾਂ ਰਨਏਬਲ ਬਣਦਾ, ਫਿਰ ਰਨਿੰਗ ਚ ਆ ਜਾਂਦਾ। ਰਨਏਬਲ ਤੋਂ ਬਾਅਦ ਰਨਿੰਗ। A thread first enters runnable state after the invocation of start method, but a thread can return to its state after and either running, waiting, sleeping, or coming back from the blocked state also. ਉਹ ਇੱਧਰ ਸਾਰੀਆਂ ਦਿਖਾਈਆਂ ਗਈਆਂ। ਜਦੋਂ ਅਸੀਂ ਥ੍ਰੈਡ ਦੇ ਉੱਤੇ ਸਟਾਰਟ ਮੈਥਡ ਨੂੰ ਕਾਲ ਕਰਦੇ ਹਾਂ, ਸਟਾਰਟ ਨੂੰ ਕਾਲ ਕਰਨ ਤੋਂ ਬਾਅਦ ਉਹ ਰਨਏਬਲ ਸਟੇਟ ਦੇ ਵਿੱਚ ਚਲਾ ਜਾਂਦਾ ਹੈ, ਵੀ ਉਹ ਰਨ ਹੋਣ ਲਈ ਤਿਆਰ ਹੈ। ਉਸ ਤੋਂ ਬਾਅਦ ਉਹ ਰਨਿੰਗ ਸਟੇਟ 'ਚ ਚਲਾ ਜਾਂਦਾ, ਵੀ ਰਨ ਹੋ ਰਿਹਾ ਹੈ। On this state, the thread is waiting for a turn on the processor. ਜਦੋਂ ਰਨਏਬਲ ਸਟੇਟ 'ਚ ਹੁੰਦਾ ਹੈ ਤਾਂ ਉਹ ਵੇਟ ਕਰ ਰਿਹਾ ਹੁੰਦਾ ਹੈ ਕਿ ਮੈਨੂੰ ਟਾਈਮ ਮਿਲੇ, CPU ਉਹਨੂੰ ਟਾਈਮ ਦੇਵੇ ਤੇ ਉਹ ਰਨਿੰਗ ਸਟੇਟ 'ਚ ਜਾਵੇ। ਉਸ ਤੋਂ ਬਾਅਦ ਉਹ ਰਨਿੰਗ ਸਟੇਟ 'ਚ ਆ ਜਾਂਦਾ ਹੈ। ਰਨਿੰਗ ਸਟੇਟ, a thread is in running state means the thread is currently executing. ਉਹ ਕੰਮ ਕਰ ਰਿਹਾ ਹੈ, ਉਹ ਕੋਈ ਪ੍ਰਿੰਟਿੰਗ ਕਰ ਰਿਹਾ, ਕੋਈ ਕੈਲਕੂਲੇਸ਼ਨ ਕਰ ਰਿਹਾ ਹੋ ਸਕਦਾ। There are several ways to enter a runnable state, but there is only one way to enter a running state. ਕਿਉਂਕਿ ਰਨਿੰਗ ਸਟੇਟ 'ਚ ਉਹ ਰਨਏਬਲ ਤੋਂ ਬਾਅਦ ਆਏਗਾ। ਇੱਕੋ ਹੀ ਤਰੀਕਾ ਹੈ ਰਨਿੰਗ ਸਟੇਟ 'ਚ ਆਉਣ ਦਾ, ਰਨਏਬਲ ਦੇ ਥਰੂ। ਰਨਏਬਲ 'ਚ ਤਾਂ ਉਹ ਨਵਾਂ ਕ੍ਰੀਏਟ ਹੁੰਦਾ ਤਾਂ ਵੀ ਰਨਏਬਲ 'ਚ ਜਾ ਸਕਦਾ। ਜਦੋਂ ਬਲੌਕਡ ਹੁੰਦਾ ਉਸ ਵੇਲੇ ਵੀ ਉਹ ਰਨਏਬਲ 'ਚ ਜਾ ਸਕਦਾ। ਰਨਿੰਗ ਤੋਂ ਵਾਪਸ ਵੀ ਉਹ ਰਨਏਬਲ 'ਚ ਜਾ ਸਕਦਾ ਜੇ ਉਸਨੂੰ CPU ਐਗਜ਼ਿਟ ਕਰ ਦੇਵੇ, ਉਸਨੂੰ ਸਲੀਪ ਕਰ ਦੇਵੇ ਜ਼ਬਰਦਸਤੀ। ਜਾਂ ਮਤਲਬ ਰਨਏਬਲ ਸਟੇਟ 'ਚ ਆਉਣ ਦੇ ਕਈ ਤਰੀਕੇ ਨੇ, ਲੇਕਿਨ ਰਨਿੰਗ ਸਟੇਟ 'ਚ ਆਉਣ ਦਾ ਇੱਕੋ ਹੀ ਤਰੀਕਾ, ਰਨਏਬਲ ਤੋਂ ਰਨਿੰਗ 'ਚ ਜਾਏਗਾ। The scheduler select a state from the runnable pool. ਸ਼ਡਿਊਲਰ ਹੁੰਦਾ ਜਿਹਨੇ ਸ਼ਡਿਊਲ ਸੈੱਟ ਕਰਨਾ ਹੁੰਦਾ ਕਿ ਕਿਹਨੂੰ ਟਾਈਮ ਦੇਣਾ, ਕਿਹਨੂੰ ਨਹੀਂ ਦੇਣਾ। ਉਹ ਸ਼ਡਿਊਲਰ ਰਨੇਬਲ ਸਟੇਟ ਦੇ ਵਿੱਚ ਇੱਕ ਥ੍ਰੈਡ ਨੂੰ ਸਿਲੈਕਟ ਕਰਦਾ ਤੇ ਉਹਨੂੰ ਟਾਈਮ ਦਿੰਦਾ। ਇੱਕ ਹੈ ਡੈਡ ਸਟੇਟ। ਇਹ ਥ੍ਰੈਡ ਕੈਨ ਵੀ ਕੰਸੀਡਰਡ ਡੈਡ ਵੈਨ ਇਟਸ ਰਨ ਮੈਥਡ ਕੰਪਲੀਟਸ। ਆਪਾਂ ਰਨ ਮੈਥਡ ਬਣਾਇਆ ਸੀ, ਉਹਦੇ 'ਚ ਆਪਾਂ ਲੂਪ ਲਾਈ ਸੀ, ਪ੍ਰਿੰਟ ਕਰ ਰਿਹਾ ਸੀ ਉਹ 5 4 3 2 1। ਜਦੋਂ ਉਹ ਕੰਪਲੀਟ ਕਰ ਦੇਗਾ ਤਾਂ ਉਹ ਡੈਡ ਸਟੇਟ ਚਲਾ ਜਾਏਗਾ। ਇਹ ਰਨੇਬਲ ਸਟੇਟ, ਰਨਿੰਗ ਸਟੇਟ ਦੇ ਵਿੱਚ ਉਹ ਪ੍ਰਿੰਟਿੰਗ ਕਰ ਰਿਹਾ ਸੀ। If any thread comes to this state, that means it cannot ever run again. वो dead हो गया, वो आ वाली state, dead state। हाँ रनिंग state आ वाली है।
ਰਨਿੰਗ ਤੋਂ ਬਾਅਦ ਉਹ ਡੈਡ ਹੋ ਸਕਦਾ, ਉਹ ਬਲੌਕ ਹੋਣ ਤੋਂ ਬਾਅਦ ਵੀ ਡੈਡ ਹੋ ਸਕਦਾ, ਜਾਂ ਇਮੀਡੀਏਟਲੀ ਉਹ ਸਟਾਰਟ ਹੋਇਆ ਨਾਲ ਦੀ ਨਾਲ ਡੈਡ ਹੋ ਗਿਆ ਕਿਉਂਕਿ ਉਹਨੂੰ ਕੰਮ ਹੀ ਨਹੀਂ ਕੋਈ ਦਿੱਤਾ ਗਿਆ, ਉਹਨੂੰ ਸਟਾਰਟ ਹੋਣ ਦਾ ਮੌਕਾ ਹੀ ਨਹੀਂ ਮਿਲਿਆ, ਰਨੇਬਲ 'ਚ ਹੀ ਨਹੀਂ ਗਿਆ। So blocked state, the thread can enter this state because of waiting the resources that are held by another thread। ਇਹ ਜਿਹੜੀ ਹੈ ਬਲੌਕਡ ਸਟੇਟ ਆ ਆਪਣੀ, ਕਈ ਵਾਰ ਉਹ ਬਲੌਕਡ ਸਟੇਟ ਚਲਾ ਜਾਂਦਾ ਕਿਉਂਕਿ ਉਹਨੂੰ ਕਿਸੇ ਰਿਸੋਰਸ ਦੀ, ਮੈਮੋਰੀ ਦੀ ਜਾਂ ਪ੍ਰੋਸੈਸਰ ਦੀ ਲੋੜ ਹੁੰਦੀ ਹੈ ਜਿਹੜੀ ਕਿ ਕਿਸੇ ਹੋਰ ਥ੍ਰੈਡ ਨੂੰ ਅਜੇ ਦਿੱਤੀ ਹੁੰਦੀ ਹੈ, ਉਹਦੀ ਵਾਰੀ ਅਜੇ ਆਈ ਨਹੀਂ, ਚਲਦੇ ਚਲਦੇ ਇਹਨੂੰ ਰੋਕਿਆ ਗਿਆ ਹੁੰਦਾ, ਰਨਿੰਗ ਤੋਂ ਬਲੌਕ ਦੇ ਵਿੱਚ ਗਿਆ ਹੁੰਦਾ। ਹਾਂ, ਰਨਿੰਗ ਤੋਂ ਉਹ ਬਲੌਕ ਦੇ ਵਿੱਚ ਜਾ ਸਕਦਾ, ਇੱਥੇ ਸ਼ਾਇਦ ਐਰੋ ਮੈਂ ਲਾਉਣਾ ਭੁੱਲ ਗਿਆ, ਰਨਿੰਗ ਤੋਂ ਬਲੌਕਡ ਦੇ ਵਿੱਚ ਜਾ ਸਕਦਾ ਉਹ ਜਦੋਂ ਉਹਨੂੰ ਆਪਾਂ ਵਿਚਾਲੇ ਰੋਕ ਦਿੰਦੇ ਹਾਂ, ਬਲੌਕਡ ਤੋਂ ਫਿਰ ਰਨੇਬਲ 'ਚ ਹੋ ਕੇ ਫਿਰ ਰਨਿੰਗ, ਇੱਦਾਂ ਇਹ ਸਰਕਲ ਚੱਲਦਾ ਰਹਿੰਦਾ। ਅਲਟੀਮੇਟਲੀ ਜਦੋਂ ਕੰਮ ਖਤਮ ਹੋ ਜਾਂਦਾ ਫਿਰ ਉਹ ਰਨਿੰਗ ਤੋਂ ਸਿੱਧਾ ਡੈਡ ਹੋ ਸਕਦਾ, ਜਾਂ ਬਲੌਕ ਤੋਂ ਵੀ ਡੈਡ ਹੋ ਸਕਦਾ, ਜਾਂ ਈਵਨ ਅਜੇ ਸ਼ੁਰੂ ਵੀ ਨਹੀਂ ਹੋਇਆ ਜਿਵੇਂ ਪਹਿਲਾਂ ਦੱਸਿਆ ਸਿੱਧਾ ਹੀ ਡੈਡ ਹੋ ਸਕਦਾ। ਸੋ ਇਹ ਕੁਝ ਸਟੇਜਸ ਨੇ ਜਿਹੜੀਆਂ ਥ੍ਰੈਡ ਦੇ ਲਾਈਫ ਦੇ ਵਿੱਚ ਆਉਂਦੀਆਂ। ਥ੍ਰੈਡ ਪ੍ਰਾਇਓਰਟੀਜ਼, ਪ੍ਰਾਇਓਰਟੀ ਹੁੰਦੀ ਹੈ ਪ੍ਰੈਫਰੈਂਸ ਦੇਣਾ ਕਿਸੇ ਨੂੰ। ਆਪਾਂ ਦੇਖਦੇ ਹਾਂ ਵੀ ਜਿਵੇਂ ਮੰਨ ਲਓ ਕੋਈ ਲਾਈਨ ਲੱਗੀ ਹੈ, ਠੀਕ ਹੈ, ਆਪਾਂ ਕੋਈ ਕੰਮ ਗਏ ਆ, ਬੈਂਕ ਗਏ, ਲਾਈਨ ਲੱਗੀ ਹੈ ਪੈਸੇ ਜਮ੍ਹਾਂ ਕਰਾਉਣੇ ਨੇ, ਆਪਾਂ ਤਾਂ ਲਾਈਨ 'ਚ ਲੱਗਿਆ ਨੂੰ ਅੱਧਾ ਪੌਣਾ ਘੰਟਾ ਹੋ ਜਾਂਦਾ, ਪਿੱਛੋਂ ਕੋਈ ਆਉਂਦਾ ਹੈ ਲੀਡਰ ਟਾਈਪ ਬੰਦਾ, ਉਹ ਸਿੱਧਾ ਹੀ ਕੈਸ਼ੀਅਰ ਕੋਲ ਜਾਂਦਾ ਹੈ, ਆਪਦੇ ਪੈਸੇ ਜਮ੍ਹਾਂ ਕਰਾ ਕੇ ਮੁੜ ਜਾਂਦਾ। ਇਹ ਹੈ ਪ੍ਰਾਇਓਰਟੀ, ਉਹਨੂੰ ਹਾਈ ਪ੍ਰਾਇਓਰਟੀ ਦਿੰਦੀ ਹੈ ਬੈਂਕ, ਜਾਂ ਕੋਈ ਬਿਜ਼ਨਸਮੈਨ ਹੋ ਸਕਦਾ ਵੀ ਉਹਦੇ ਕੋਈ ਕਰੋੜ ਜਮ੍ਹਾਂ ਨੇ ਬੈਂਕ 'ਚ, ਬੈਂਕ ਉਹਦਾ ਖਾਸ ਖਿਆਲ ਰੱਖ ਰਹੀ ਹੈ, ਜਾਂ ਡਰ ਹੁੰਦਾ ਜਾਂ ਲਾਲਚ ਹੁੰਦਾ, ਦੋ ਹੀ ਗੱਲਾਂ ਹੁੰਦੀਆਂ ਨੇ ਜਿੱਥੇ ਆਪਾਂ ਰੀਅਲ ਲਾਈਫ 'ਚ ਜਿਹੜੀ ਆਪਾਂ ਗੱਲ ਕਰਦੇ ਹਾਂ ਪ੍ਰਾਇਓਰਟੀ ਕਿਸੇ ਨੂੰ ਤਾਂ ਹੀ ਮਿਲਦੀ। ਤੇ ਥ੍ਰੈਡਸ ਦੇ ਵਿੱਚ ਵੀ ਇਹ ਗੱਲ ਹੁੰਦੀ ਹੈ ਕਿ ਅਸੀਂ ਪ੍ਰਾਇਓਰਟੀ ਕਿਸੇ ਥ੍ਰੈਡ ਨੂੰ ਦੇ ਸਕਦੇ ਹਾਂ। ਜੇ ਮੰਨ ਲਓ 2-3 ਥ੍ਰੈਡ ਨੇ, ਅਸੀਂ ਉਹਨਾਂ ਚੋਂ ਕਿਸੇ ਇੱਕ ਖਾਸ ਥ੍ਰੈਡ ਨੂੰ ਜਿਹਦੇ ਤੋਂ ਅਸੀਂ ਖਾਸ ਕੰਮ ਲੈ ਰਹੇ ਹਾਂ, ਜੇ ਚਾਹੁੰਦੇ ਹਾਂ ਵੀ ਇਹਦਾ ਕੰਮ ਨਾ ਰੁਕੇ, ਅਸੀਂ ਉਹਦੀ ਪ੍ਰਾਇਓਰਟੀ ਹਾਈ ਕਰ ਦਾਂਗੇ, CPU ਉਹਨੂੰ ਦੂਜਿਆਂ ਨਾਲੋਂ ਪਹਿਲਾਂ ਟਾਈਮ ਦਿਆ ਕਰੇਗਾ। ਇਹ ਕੰਮ ਹੈ ਪ੍ਰਾਇਓਰਟੀ ਦਾ। Thread priorities are used by the thread scheduler to decide when each thread should be allowed to run. In theory, higher priority threads get more CPU time than lower priority threads. Higher priority thread can also preempt low priority। preempt ਹੁੰਦਾ ਜ਼ਬਰਦਸਤੀ ਉਹਦੇ ਤੋਂ ਟਾਈਮ ਖੋਹ ਲੈਣਾ, ਉਹ ਚੱਲ ਰਿਹਾ ਸੀ, CPU ਦਾ ਕੰਮ ਕਰ ਰਿਹਾ ਸੀ, ਹਾਈ ਪ੍ਰਾਇority ਵਾਲਾ ਆ ਗਿਆ, ਉਹ ਲੋ ਪ੍ਰਾਇority ਵਾਲੇ ਦਾ ਕੰਮ ਵਿਚਾਲੇ ਹੀ ਰੋਕ ਕੇ ਹਾਈ ਪ੍ਰਾਇority ਵਾਲੇ ਦਾ ਕੰਮ CPU ਨੇ ਸ਼ੁਰੂ ਕਰਤਾ। ਇਹ ਚੀਜ਼ ਵੀ ਥ੍ਰੈਡਸ ਦੇ ਵਿੱਚ ਅਪਲਾਈ ਹੁੰਦੀ ਹੈ। To set a thread's priority, use set priority method which is a member of thread class। ਇਦਾਂ ਅਸੀਂ set priority ਤੇ level set ਕਰ ਸਕਦੇ ਹਾਂ। ਪ੍ਰਾਇਓਰਟੀ ਜਿਹੜੀ ਹੈ 1 ਤੋਂ ਸ਼ੁਰੂ ਹੁੰਦੀ ਹੈ ਤੇ 10 ਤੱਕ ਜਾਂਦੀ ਹੈ। 1 ਮਤਲਬ ਲੋ ਪ੍ਰਾਇਓਰਟੀ, 10 ਮਤਲਬ ਹਾਈਐਸਟ ਪ੍ਰਾਇਓਰਟੀ। ਨਾਰਮਲ ਪ੍ਰਾਇਓਰਟੀ 5 ਹੁੰਦੀ ਹੈ, ਜਦੋਂ ਅਸੀਂ ਕੋਈ ਪ੍ਰਾਇਓਰਟੀ ਸੈੱਟ ਨਹੀਂ ਕਰਦੇ ਤਾਂ ਸਾਰਿਆਂ ਦੀ 5 ਹੀ ਹੁੰਦੀ ਹੈ ਜੇ ਅਸੀਂ ਨਾ ਸੈੱਟ ਕਰੀਏ। Here level specifies the new priority setting for the calling thread। The value of the level must be within the range min priority ਤੋਂ ਲੈ ਕੇ max priority ਤੱਕ ਤੁਸੀਂ ਪ੍ਰਾਇਓਰਟੀ ਸੈੱਟ ਕਰ ਸਕਦੇ ਹੋ। ਇਹ ਕਨਸਟੈਂਟ ਨੇ, ਤੁਸੀਂ ਸਿੱਧੀ ਵੈਲਿਊ ਵੀ ਦੇ ਸਕਦੇ ਹੋ। Currently these values are 1 to 10 respectively। 1 ਤੋਂ ਲੈ ਕੇ 10 ਤੱਕ ਪ੍ਰਾਇਓਰਟੀ ਜਾ ਸਕਦੀ ਹੈ। To return a thread to the default priority, specify norm priority। ਉਹਦੀ ਵੈਲਿਊ 5 ਹੁੰਦੀ ਹੈ norm priority। These priorities are defined as final variables within the thread। You can obtain the current priority by getting get priority method, calling get priority method of thread class। ਇਸ ਤਰ੍ਹਾਂ ਨਾਲ ਤੁਸੀਂ ਕਿਸੇ ਚੱਲ ਰਹੇ ਥ੍ਰੈਡ ਦੀ ਪ੍ਰਾਇਓਰਟੀ ਚੈੱਕ ਵੀ ਕਰ ਸਕਦੇ ਹੋ। ਜੇ ਕਿਸੇ ਦੀ ਪ੍ਰਾਇਓਰਟੀ ਬਦਲਣੀ ਹੈ ਪ੍ਰਾਇਓਰਟੀ, ਤਾਂ ਤੁਸੀਂ ਸੈੱਟ ਪ੍ਰਾਇਓਰਟੀ ਨਾਲ ਬਦਲ ਸਕਦੇ ਹੋ, ਨਹੀਂ ਤਾਂ ਬਾਈ ਡਿਫਾਲਟ 5 ਹੁੰਦੀ ਹੈ। is alive and join method। ਇਹ ਦੋ ਮੈਥਡ ਨੇ ਜਿਹੜੇ ਸਾਨੂੰ ਇਹ ਸ਼ੋਰ ਕਰਨ 'ਚ ਮਦਦ ਕਰਨਗੇ ਕਿ ਮੇਨ ਥ੍ਰੈਡ ਆ ਜਿਹੜਾ ਉਹ ਚਾਈਲਡ ਤੋਂ ਬਾਅਦ ਐਗਜ਼ਿਟ ਹੋਣਾ ਚਾਹੀਦਾ ਹੈ। ਪਿੱਛੇ ਜਿਹੜੀਆਂ ਐਗਜ਼ਾਮਪਲਸ ਅਸੀਂ ਕੀਤੀਆਂ ਸੀ ਉਹਨਾਂ 'ਚ ਅਸੀਂ ਟਾਈਮਿੰਗ ਕੰਟਰੋਲ ਕਰਦੇ ਸੀ ਸਲੀਪ ਦੇ ਨਾਲ। ਜੇ ਅਸੀਂ ਕਿਸੇ ਥ੍ਰੈਡ ਨੂੰ ਘੱਟ ਟਾਈਮ ਲਈ ਸਲੀਪ ਕਰ ਰਹੇ ਹਾਂ ਉਹ ਵੱਧ CPU ਲਏਗਾ, ਜਿਹਨੂੰ ਵੱਧ ਲਈ ਸਲੀਪ ਕਰ ਰਹੇ ਹਾਂ ਉਹਨੂੰ ਘੱਟ CPU ਮਿਲੇਗਾ। ਮੀਨਸ ਵੱਧ ਸਲੀਪ ਕਰਨ ਵਾਲਾ ਬਾਅਦ 'ਚ ਕੰਮ ਫਿਨਿਸ਼ ਕਰੇਗਾ ਤੇ ਘੱਟ ਸਲੀਪ ਕਰਨ ਵਾਲਾ ਜਲਦੀ ਫਿਨਿਸ਼ ਕਰਨੀ। ਇਹ ਤਰੀਕਾ ਅਸੀਂ ਵਰਤਿਆ ਸੀ, ਪਰ ਪ੍ਰੋਪਰ ਵੇ ਹੈ ਇਜ਼ ਅਲਾਈਵ ਤੇ ਜੁਆਇਨ ਮੈਥਡ। ਇਹਦੀ ਮਦਦ ਨਾਲ ਅਸੀਂ ਸ਼ੋਰ ਕਰ ਸਕਦੇ ਹਾਂ ਕਿ ਜਿਹੜਾ ਮੇਨ ਥ੍ਰੈਡ ਆ ਸਭ ਤੋਂ ਬਾਅਦ ਫਿਨਿਸ਼ ਹੋਊਗਾ।
द मेन थ्रेड मस्ट बी द लास्ट थ्रेड टू फिनिश, सब तो बाद फिनिश हो। वन थ्रेड कैन नो वैन अनदर थ्रेड हैज एंडड यूजिंग द फॉलोइंग मैथड। ਇਹਦੇ ਨਾਲ ਚੈੱਕ ਕਰਿਆ ਜਾ ਸਕਦਾ ਹੈ ਕਿ ਦੂਜਾ ਥ੍ਰੈਡ ਚੱਲ ਰਿਹਾ ਹੈ ਜਾਂ ਖਤਮ ਹੋ ਗਿਆ। ਇਜ਼ ਅਲਾਈਵ, ਆਪਾਂ ਕਹਿੰਦੇ ਇਜ਼ ਅਲਾਈਵ, ਕੀ ਉਹ ਜਿਉਂਦਾ ਹੈ। ਇਜ਼ ਅਲਾਈਵ ਇਹ ਮੈਥਡ ਕਾਲ ਕਰਦੇ ਹਾਂ। ਇਹ ਬੂਲਨ ਵੈਲਿਊ ਰਿਟਰਨ ਕਰਦਾ ਹੈ। ਬੂਲਨ ਮਤਲਬ ਟਰੂ ਜਾਂ ਫਾਲਸ। ਜੇ ਟਰੂ ਰਿਟਰਨ ਕਰਦਾ ਇਹਦਾ ਮਤਲਬ ਕਿ ਉਹ ਅਲਾਈਵ ਹੈ, ਮਤਲਬ ਉਹ ਚੱਲ ਰਿਹਾ ਹੈ, ਅਜੇ ਖਤਮ ਨਹੀਂ ਹੋਇਆ। ਜੇ ਫਾਲਸ ਰਿਟਰਨ ਕਰਦਾ ਤਾਂ ਇਹਦਾ ਮਤਲਬ ਹੈ ਕਿ ਉਹ ਅਲਾਈਵ ਨਹੀਂ ਹੈ, ਮਤਲਬ ਉਹ ਖਤਮ ਹੋ ਗਿਆ। The isAlive method returns true if the thread upon which it is called is still running. It returns false otherwise. The method that we more commonly use to wait for the thread to finish is called join method. ਉਹਦੇ ਨਾਲ ਤਾਂ ਸਿਰਫ ਚੈੱਕ ਹੁੰਦਾ ਹੈ ਕਿ ਉਹ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ। ਜੁਆਇਨ ਮੈਥਡ ਦੇ ਨਾਲ ਅਸੀਂ ਉਸ ਥ੍ਰੈਡ ਦੀ ਵੇਟ ਕਰਦੇ ਹਾਂ ਕਿ ਉਹ ਫਿਨਿਸ਼ ਕਰ ਲਵੇ। ਸੋ ਫਾਈਨਲ ਇਹਦਾ ਹੈਗਾ ਜੁਆਇਨ ਮੈਥਡ ਦਾ ਰਿਟਰਨ ਟਾਈਪ ਵੋਇਡ ਹੈ। ਫਾਈਨਲ ਮੈਥਡ ਹੈ, ਇਹਨੂੰ ਬਦਲ ਨਹੀਂ ਸਕਦੇ। ਥਰੋ ਕਰਦਾ ਇੰਟਰਪਟਡ ਐਕਸੈਪਸ਼ਨ, ਮਤਲਬ ਕੈਚ ਕਰਨੀ ਪਏਗੀ ਜਾਂ ਥਰੋਜ਼ ਕਲੌਜ਼ 'ਚ ਦੇਣਾ ਪਏਗਾ। ਦਿਸ ਮੈਥਡ ਵੇਟਸ ਅੰਟਿਲ ਦਾ ਥ੍ਰੈਡ ਔਨ ਵਿਚ ਇਟ ਇਜ਼ ਕਾਲਡ ਟਰਮੀਨੇਟਸ। ਆਪਾਂ ਜੁਆਇਨ ਮੈਥਡ ਨੂੰ ਕਾਲ ਕਰਾਂਗੇ, ਜਿਹੜੇ ਥ੍ਰੈਡ ਤੋਂ ਇਹਨੂੰ ਕਾਲ ਕਰਾਂਗੇ ਉਹ ਥ੍ਰੈਡ ਦੀ ਵੇਟ ਕਰੇਗਾ ਮੈਥਡ ਕਿ ਉਹ ਥ੍ਰੈਡ ਫਿਨਿਸ਼ ਹੋ ਜਾਵੇ ਤਾਂ ਮੈਂ ਅੱਗੇ ਚੱਲਾਂ। ਜਦੋਂ ਅਸੀਂ ਥ੍ਰੈਡ ਜੁਆਇਨ ਕਰਨ ਦਾ ਮਤਲਬ ਜਿਵੇਂ ਮੰਨ ਲਓ ਦੋ ਬੰਦੇ ਦੌੜ ਰਹੇ ਨੇ, ਰਨਿੰਗ ਕਰ ਰਹੇ ਨੇ, ਚੱਲਦੇ 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 ਇੱਕ ਬੰਦਾ ਮੂਹਰੇ ਨਿਕਲ ਗਿਆ। ਹੁਣ ਉਹ ਬੰਦਾ ਚਾਹੁੰਦਾ ਹੈ ਕਿ ਜਿਹੜਾ ਦੂਜਾ ਮੇਰੇ ਨਾਲ ਪਿੱਛੇ ਰਹਿ ਗਿਆ ਉਹ ਪਹਿਲਾਂ ਫਿਨਿਸ਼ ਕਰ ਲਵੇ, ਜਾਣ ਕੇ ਚਾਹੁੰਦਾ। ਤਾਂ ਉਹ ਜੁਆਇਨ, ਉਹ ਕਹਿੰਦੇ ਜੁਆਇਨ, ਆਓ ਮੈਨੂੰ ਜੁਆਇਨ ਕਰੋ। ਆਪਾਂ ਮੂਹਰੇ ਖੜ ਕੇ ਕਹਿੰਦੇ ਨਾ, ਪਿੱਛੇ ਜੇ ਬੱਚੇ ਨਾਲ ਆਪਾਂ ਦੌੜ ਰਹੇ ਹੋਈਏ, ਆਪਾਂ ਕਹਿੰਦੇ ਬੱਚੇ ਆਓ ਜੁਆਇਨ ਕਰੋ। ਉਹ ਮਤਲਬ ਹੈ ਕਿ ਉਹ ਵੇਟ ਕਰਨ ਲੱਗ ਗਿਆ ਤਾਂ ਜੋ ਬੱਚਾ ਅੱਗੇ ਨਿਕਲ ਜਾਵੇ। ਉਹੀ ਚੀਜ਼ ਹੈ ਜੁਆਇਨ। Its name comes from the concept that a calling thread waiting until the specified thread joins it. ਇਹਨਾਂ ਦੀ ਮਦਦ ਨਾਲ ਅਸੀਂ ਮੇਨ ਥ੍ਰੈਡ ਦੀ ਸ਼ਿਓਰਟੀ ਦੇ ਸਕਦੇ। ਮੇਨ ਥ੍ਰੈਡ ਨੂੰ ਆਪਾਂ ਸਾਰਿਆਂ ਨੂੰ ਪਿੱਛੇ ਬੰਦ ਕਰਦੇ ਹਾਂ, ਚਾਈਲਡ ਪਹਿਲਾਂ ਖਤਮ ਹੋ ਜਾਣ, ਇਸ਼ੋਰ ਕਰਦੇ। ਥ੍ਰੈਡ ਸਿੰਕਰਨਾਈਜੇਸ਼ਨ, ਸਿੰਕਰਨਾਈਜ਼ ਹੁੰਦਾ ਹੈ ਤਾਲਮੇਲ ਬਣਾ ਕੇ ਰੱਖਣਾ। ਦੋ ਥ੍ਰੈਡਸ ਦਾ ਆਪਸ ਵਿੱਚ ਵੈਸੇ ਕੋਈ ਲਿੰਕ ਨਹੀਂ ਹੁੰਦਾ, ਉਹ ਇੰਡੀਪੈਂਡੈਂਟਲੀ ਚੱਲਦੇ ਨੇ, ਪਰ ਕਈ ਵਾਰ ਲਿੰਕ ਬਣਾਉਣਾ ਪੈ ਸਕਦਾ ਹੈ। ਬਿਨਾਂ ਥ੍ਰੈਡ ਉਹਦਾ ਦਾ ਲਿੰਕ ਬਣਾਏ ਸਾਡਾ ਜਿਹੜਾ ਜੋ ਮੋਟਿਵ ਹੈ ਉਹ ਪੂਰਾ ਨਹੀਂ ਹੁੰਦਾ। ਤਾਂ ਉਸ ਵੇਲੇ ਅਸੀਂ ਸਿੰਕਰਨਾਈਜੇਸ਼ਨ ਦੀ ਵਰਤੋਂ ਕਰਦੇ ਹਾਂ। ਇੱਥੇ ਇੱਕ ਛੋਟੀ ਜਿਹੀ ਐਗਜ਼ਾਮਪਲ ਦਵਾਂਗਾ ਸਿੰਕਰਨਾਈਜੇਸ਼ਨ ਦੇ ਵਿੱਚ। ਮੰਨ ਲਓ ਵੀ ATM ਦੇ ਉੱਤੇ ਪੈਸੇ ਵਿਦਡਰਾਅ ਕਰਨ ਦੇ ਲਈ ਬਾਹਰੋਂ ਲੋਕਾਂ ਦੀ ਲਾਈਨ ਲੱਗੀ ਹੋਈ ਹੈ। ਅੰਦਰ ਰੂਲ ਦੇ ਅਨੁਸਾਰ ਸਿਰਫ ਇੱਕ ਬੰਦਾ ਜਾ ਸਕਦਾ ATM ਦੇ, ਜਿਹੜਾ ਰੂਮ ਬਣਿਆ ਹੁੰਦਾ। ਤਾਂ ਅੰਦਰ ਜਾ ਕੇ ਬੰਦਾ ਇੱਕ ਗਿਆ, ਉਸਨੇ ਅੰਦਰੋਂ ਲੌਕ ਲਾ ਲੈਣਾ। ਲੌਕ ਦੀ ਕੰਸੈਪਟ ਪ੍ਰੈਕਟੀਕਲੀ ਤਾਂ ਹੈ ਨਹੀਂ ਆਪਣੇ ਕੋਲੇ, ਜਿਹੜੀਆਂ ਆਪਾਂ ਨੂੰ ATMs ਦਿਖਦੀਆਂ ਨੇ, ਪਰ ਇੱਥੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਦੱਸ ਰਿਹਾ ਵੀ ਅੰਦਰ ਜਾ ਕੇ ਬੰਦਾ ਲੌਕ ਲਾਏਗਾ, ਉਸ ਤੋਂ ਬਾਅਦ ਪੈਸੇ ਵਿਦਡਰਾ ਕਰੇਗਾ, ਉਸ ਤੋਂ ਬਾਅਦ ਉਹ ਅਨਲੌਕ ਕਰੇਗਾ, ਫਿਰ ਉਹ ਬਾਹਰ ਆਏਗਾ। ਫਿਰ ਦੂਸਰਾ ਬੰਦਾ ਅੰਦਰ ਜਾਏਗਾ, ਲੌਕ ਲਾਏਗਾ, ਪੈਸੇ ਵਿਦਡਰਾ ਕਰੇਗਾ, ਅਨਲੌਕ ਕਰੇਗਾ, ਬਾਹਰ ਆਏਗਾ। ਇਸ ਤਰ੍ਹਾਂ ਨਾਲ ਜਿਹੜਾ ਪ੍ਰੋਸੈਸ ਚੱਲੇਗਾ ਉਹ ਥ੍ਰੈਡ ਸਿੰਕਰਨਾਈਜੇਸ਼ਨ ਹੈ। ਮਤਲਬ ਇੰਟਰਪਟ ਨਹੀਂ ਕਰਨਾ ਉਸ ਬੰਦੇ ਨੂੰ ਜਿਹੜਾ ਅੰਦਰ ਜਾ ਕੇ ਲੌਕ ਲੱਗ ਗਿਆ। ਉਹਦੇ ਤੋਂ CPU ਟਾਈਮ ਨਹੀਂ ਲਿਆ ਜਾ ਸਕਦਾ ਜਿੰਨਾ ਚਿਰ ਤੱਕ ਉਹ ਨਾ ਚਾਹੇ, ਉਹ ਲੌਕ ਨੂੰ ਅਨਲੌਕ ਨਹੀਂ ਕਰਦਾ, ਉਹਨਾਂ ਚਿਰ ਤੱਕ ਦੂਜੇ ਨੂੰ ਟਾਈਮ ਨਹੀਂ ਮਿਲੇਗਾ। ਇਸ ਨੂੰ ਥ੍ਰੈਡ ਸਿੰਕਰਨਾਈਜੇਸ਼ਨ ਕਿਹਾ ਜਾਂਦਾ ਹੈ। When two or more threads needs access to a shared resource, shared resource ਹੋ ਗਿਆ ਜਿਵੇਂ ATM ਦੀ ਐਗਜ਼ਾਮਪਲ ਦਿੱਤੀ। ATM ਇੱਕ shared resource ਹੈ, ਬਹੁਤ ਸਾਰੇ ਬੰਦੇ ਉਹ ਥ੍ਰੈਡ ਨੇ। They need some way to ensure that the resource will be used by only one thread at a time. ਵੈਸੇ ਤਾਂ ATM ਤੇ ਲਿਖਿਆ ਹੁੰਦਾ ਵੀ ਇੱਕੋ ਬੰਦਾ ਅੰਦਰ ਜਾਵੇ, ਪਰ ਕਈ ਵਾਰ ਆਪਣੇ ਦੋ ਤਿੰਨ ਬੰਦੇ ਅੰਦਰ ਵੜ ਜਾਂਦੇ ਨੇ। ਤਾਂ ਸ਼ੋਰ ਕਰਨ ਦੇ ਲਈ ਕੀ ਹੈ, ਲੌਕਿੰਗ ਦਾ ਕੰਸੈਪਟ ਹੈ। The process by which it is achieved is called synchronization. Key to synchronization is the concept of monitor. ਉਹਨੂੰ ਮੋਨੀਟਰ ਕਿਹਾ ਜਾਂਦਾ ਹੈ। ਮੈਂ ATM ਕਹਿ ਰਿਹਾ ਕਿਉਂਕਿ ਮੈਂ ਤੁਹਾਨੂੰ ਰੀਅਲ ਲਾਈਫ ਦੀ ਐਗਜ਼ਾਮਪਲ ਦੇ ਰਿਹਾ, ਪਰ ਇੱਥੇ ਪ੍ਰੋਗਰਾਮਿੰਗ ਦੇ ਵਿੱਚ ਉਸ ਨੂੰ ਮੋਨੀਟਰ ਕਿਹਾ ਜਾਂਦਾ ਹੈ। ਸਮਝ ਲਓ ਵੀ ATM ਵਰਗਾ ਹੀ ਹੈ, ਮੋਨੀਟਰ ਹੈ। ਉਹ ਮੋਨੀਟਰ ਨਹੀਂ ਜਿਹਦੇ ਤੇ ਆਪਾਂ ਆਊਟਪੁੱਟ ਦੇਖਦੇ ਹਾਂ, ਇਹ ਮੋਨੀਟਰ ਹੈ ਸਿੰਕਰਨਾਈਜੇਸ਼ਨ ਦਾ, ਜਿਸ ਨੂੰ ਸੈਮਾਫੋਰ ਵਰਡ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ। ਸੈਮਾਫੋਰ ਜਾਂ ਮੋਨੀਟਰ ਵਰਡ ਯੂਜ਼ ਕੀਤਾ ਜਾਂਦਾ ਹੈ।
ਮਤਲਬ ਜਦੋਂ ਇੱਕ ਥ੍ਰੈਡ ਉਸ ਸੈਮਾਫੋਰ 'ਚ ਜਾਂ ਮੋਨੀਟਰ 'ਚ ਚਲਾ ਗਿਆ, ਉਹ ਆਪਦਾ ਕੰਮ ਕਰਕੇ ਜਿੰਨਾ ਚਿਰ ਤੱਕ ਅਨਲੌਕ ਕਰਕੇ ਬਾਹਰ ਨਹੀਂ ਆਉਂਦਾ, ਦੂਜਾ ਥ੍ਰੈਡ ਐਂਟਰ ਨਹੀਂ ਕਰੇਗਾ। ਏਟੀਐਮ ਦੀ ਤਰ੍ਹਾਂ ਹੀ ਹੋ ਗਿਆ। A monitor is an object that is used as a mutually exclusive lock। mutually exclusive मतलब ਇੱਕ ਤੋਂ ਜ਼ਿਆਦਾ ਨੂੰ ਅਲਾਉਡ ਨਹੀਂ ਕਰਨਾ, ਇੱਕ ਟਾਈਮ ਤੇ ਇੱਕੋ ਹੀ ਯੂਜ਼ ਕਰੇ, ਉਹਨੂੰ ਮਿਊਚੁਅਲੀ ਐਕਸਕਲੂਸਿਵ ਲੌਕ ਕਹਿੰਦੇ ਨੇ, ਔਰ ਮਿਊਟੈਕਸ ਵੀ ਕਹਿੰਦੇ ਨੇ। ਓਨਲੀ ਵਨ ਥ੍ਰੈਡ ਕੈਨ ਓਨ ਏ ਮੋਨੀਟਰ ਐਟ ਏ ਗਿਵਨ ਟਾਈਮ। ਇੱਕੋ ਹੀ ਥ੍ਰੈਡ ਨੂੰ ਮੋਨੀਟਰ 'ਚ ਐਂਟਰ ਕੀਤਾ ਜਾਏਗਾ। ਵੈਨ ਅ ਥ੍ਰੈਡ ਅਕਵਾਇਰਸ ਏ ਲੌਕ, ਥ੍ਰੈਡ ਅੰਦਰ ਗਿਆ, ਉਹਨੇ ਲੌਕ ਲਗਾ ਲਿਆ। ਇਟ ਇਜ਼ ਸੈਡ ਟੂ ਹੈਵ ਐਂਟਰਡ ਦਾ ਮੋਨੀਟਰ। ਇਹਦਾ ਮਤਲਬ ਹੈ ਉਹ ਥ੍ਰੈਡ ਮੋਨੀਟਰ 'ਚ ਐਂਟਰ ਕਰ ਗਿਆ। all other threads attempting to enter the locked monitor will be suspended। ਬਾਕੀ ਥ੍ਰੈਡ ਸਸਪੈਂਡ ਹੋਏ ਹੋਏ ਨੇ, ਉਹਨਾਂ ਨੂੰ ਐਂਟਰੀ ਨਹੀਂ ਮਿਲ ਰਹੀ until the first thread exits the monitor। ਜਿੰਨਾ ਚਿਰ ਜਿਹੜਾ ਅੰਦਰ ਥ੍ਰੈਡ ਗਿਆ ਉਹ ਐਗਜ਼ਿਟ ਨਹੀਂ ਕਰਦਾ। these other threads are said to be waiting for the monitor। ਉਹ ਵੇਟਿੰਗ 'ਚ ਖੜੇ ਨੇ। a thread that owns a monitor can re-enter the same monitor if it so desires। ਜਿਹੜਾ ਥ੍ਰੈਡ ਇੱਕ ਵਾਰ ਲੌਕ ਕਰਕੇ ਆਪਦਾ ਕੰਮ ਕਰਕੇ ਅਨਲੌਕ ਕਰਕੇ ਬਾਹਰ ਆਏਗਾ, ਉਹ ਦੁਬਾਰਾ ਵੀ ਜਾ ਸਕਦਾ, ਲਾਈਨ 'ਚ ਪਿੱਛੇ ਲੱਗ ਜਾਏਗਾ, ਉਹ ਫਿਰ ਦੁਬਾਰਾ ਚਲਾ ਜਾਏਗਾ, ਉਹਦੀ ਤੇ ਕੋਈ ਪ੍ਰੋਬਲਮ ਨਹੀਂ, ਪਰ ਚੱਲੇਗਾ ਰੂਲ ਦੇ ਹਿਸਾਬ ਨਾਲ। ਦ ਫੋਲੋਇੰਗ ਪ੍ਰੋਗਰਾਮ ਵਿਲ ਨਾਟ ਗਿਵ ਪ੍ਰੋਪਰ ਆਊਟਪੁੱਟ ਇਫ ਦਾ ਮੈਥਡ ਇਜ਼ ਨਾਟ ਸਿੰਕਰਨਾਈਜ਼ਡ। ਆ ਮੈਂ ਕਾਫੀ ਥੋੜਾ ਕੰਪਲੀਕੇਟਡ ਹੈ, ਕਿਉਂਕਿ ਹੈ ਹੀ ਸਿੰਕਰਨਾਈਜੇਸ਼ਨ ਥੋੜੀ ਕੰਪਲੀਕੇਟਡ ਹੈ। ਇਹ ਬਣਾਇਆ ਗਿਆ ਇਸ ਦੇ ਵਿੱਚ, ਜੇ ਮੈਂ ਥ੍ਰੈਡ ਨੂੰ ਸਿੰਕਰਨਾਈਜ਼ ਨਾ ਕਰਾਂ, ਥ੍ਰੈਡ ਸਿੰਕਰਨਾਈਜ਼ ਇੱਥੋਂ ਹੋ ਰਿਹਾ, ਸਿੰਕਰਨਾਈਜ਼ਡ ਸ਼ਬਦ ਲਿਖਣ ਦੇ ਨਾਲ ਥ੍ਰੈਡ ਸਿੰਕਰਨਾਈਜੇਸ਼ਨ ਮਤਲਬ ਇਹ ਸੈਮਾਫੋਰ ਬਣ ਜਾਏਗਾ, ਜਾਂ ਜਿਹਨੂੰ ਮੋਨੀਟਰ ਕਿਹਾ ਮੈਂ ਉਹ ਬਣ ਜਾਏਗਾ ਸਿੰਕਰਨਾਈਜ਼ਡ ਵਰਡ ਲਿਖਣ। ਅਸਲ ਵਿੱਚ ਇੱਥੇ ਕਰਿਆ ਕੀ ਜਾ ਰਿਹਾ ਹੈ ਕਿ ਮੇਨ ਤੋਂ ਸ਼ੁਰੂ ਕਰਦਾ ਮੈਂ ਸਮਝਾਉਣ ਨੂੰ। ਇਹ ਕਲਾਸ ਦਾ ਨਾਮ ਹੈ ਸਿੰਕ ਰੱਖਿਆ ਮੈਂ ਵੈਸੇ, ਤੇ ਮੇਨ ਥ੍ਰੈਡ ਮੇਨ ਜਿਹੜਾ ਫੰਕਸ਼ਨ ਮੈਥਡ ਬਣਾਇਆ, ਇਹਦੇ ਵਿੱਚ ਇੱਕ ਕਾਲਮੀ ਕਲਾਸ ਦਾ ਆਬਜੈਕਟ ਕ੍ਰੀਏਟ ਕੀਤਾ। ਟਾਰਗੇਟ ਆਬਜੈਕਟ ਦਾ ਨਾਮ ਹੈ ਕਾਲਮੀ ਕਲਾਸ, ਆ ਬਣੀ ਹੋਈ ਹੈ ਇਹ ਕਾਲਮੀ ਕਲਾਸ, ਇੱਥੇ ਤੱਕ ਹੈ ਬਸ। ਇਹ ਕਲਾਸ ਕਰਦੀ ਕੀ ਹੈ, ਇਸ ਕਲਾਸ ਨੂੰ ਅਸੀਂ ਯੂਜ਼ ਕਰਦੇ ਹਾਂ ਇੱਕ ਨਵਾਂ ਆਬਜੈਕਟ ਕ੍ਰੀਏਟ ਕਰਨ ਲਈ। ਇਸ ਦੇ ਅੰਦਰ ਮੈਸੇਜ ਪ੍ਰਿੰਟ ਹੋ ਰਿਹਾ, ਜਿਹੜਾ ਵੀ ਪ੍ਰਿੰਟ ਇਹਨੂੰ ਮੈਸੇਜ ਦਿੱਤਾ ਜਾਂਦਾ ਉਹਨੂੰ ਇਹ ਪ੍ਰਿੰਟ ਕਰਦਾ। ਦੇਖੋ MSG ਮੈਸੇਜ ਇਹਨੂੰ ਦਿੱਤਾ ਜਾਏਗਾ, ਇਹ ਉਸ ਮੈਸੇਜ ਨੂੰ ਪ੍ਰਿੰਟ ਕਰੇਗਾ। ਮੈਸੇਜ ਨੂੰ ਪ੍ਰਿੰਟ ਕਰਨ ਵੇਲੇ ਇਹ ਉਸ ਨੂੰ ਬ੍ਰੇਕ ਕਰ ਰਿਹਾ, ਮਤਲਬ ਮੈਸੇਜ ਨੇ ਇਸਨੇ ਮੈਸੇਜ ਕਰਨਾ ਹੈ, ਜਿਵੇਂ ਮੰਨ ਲਓ ਹੈਲੋ ਸਿੰਕਰਨਾਈਜ਼ਡ ਵਰਡ, ਆ ਇੱਥੇ ਮੈਸੇਜ ਹੈ ਹੈਲੋ, ਫਿਰ ਸਿੰਕਰਨਾਈਜ਼ਡ, ਫਿਰ ਵਰਡ, ਇਹ ਮੈਸੇਜ ਹੈ। ਤਾਂ ਤਿੰਨ ਮੈਸੇਜ ਹੋ ਗਏ, ਇੱਕ ਨਹੀਂ ਹੋਇਆ, ਮਤਲਬ ਹੈਲੋ ਆਇਆ, ਇਹ ਪ੍ਰਿੰਟ ਹੋਣਾ ਚਾਹੀਦਾ ਇਦਾਂ ਸਕੁਏਅਰ ਬ੍ਰੈਕਟ ਪਾ ਕੇ ਹੈਲੋ ਲਿਖ ਕੇ ਫਿਰ ਬ੍ਰੈਕਟ ਬੰਦ ਹੋ ਜਾਣੀ ਚਾਹੀਦੀ ਹੈ। ਉਸ ਤੋਂ ਬਾਅਦ ਸਿੰਕਰਨਾਈਜ਼ਡ ਵਰਡ ਇਦਾਂ ਹੀ ਬ੍ਰੈਕਟ ਪਾ ਕੇ ਸਿੰਕਰੋਨਾਈਜ਼ਡ ਲਿਖ ਕੇ ਬ੍ਰੈਕਟ ਬੰਦ ਹੋ ਜਾਣੀ ਚਾਹੀਦੀ ਹੈ। ਫਿਰ ਤੀਸਰੀ ਲਾਈਨ 'ਚ ਵਰਡ ਲਿਖ ਕੇ ਬ੍ਰੈਕਟ ਬੰਦ ਹੋ ਜਾਣੀ ਚਾਹੀਦੀ ਹੈ। ਇਦਾਂ ਪ੍ਰਿੰਟਿੰਗ ਹੋਣੀ ਚਾਹੀਦੀ ਹੈ, ਪਰ ਇਹ ਹੋਏਗੀ ਜੇ ਸਿੰਕਰਨਾਈਜ਼ਡ ਲਿਖਾਂਗੇ। ਜੇ ਸਿੰਕਰਨਾਈਜ਼ ਨਹੀਂ ਲਿਖਾਂਗੇ ਤਾਂ ਇਹ ਪ੍ਰਿੰਟਿੰਗ ਸ਼ਫਲ ਹੋ ਜਾਏਗੀ, ਮਤਲਬ ਕਿ ਕਿਸੇ ਦੀ ਬ੍ਰੈਕਟ ਨਹੀਂ ਪਹਿਲਾਂ ਪ੍ਰਿੰਟ ਹੋਣੀ ਬਾਅਦ 'ਚ ਹੋ ਜਾਣੀ ਹੈ, ਕਿਸੇ ਦਾ ਸਿੰਕਰਨਾਈਜ਼ਡ ਬਾਅਦ 'ਚ ਪ੍ਰਿੰਟ ਹੋ ਜਾਣਾ, ਬ੍ਰੈਕਟ ਪਹਿਲਾਂ ਆ ਜਾਣੀ ਹੈ, ਇਦਾਂ ਹੋ ਜਾਏਗਾ, ਸ਼ਫਲ ਹੋ ਜਾਏਗੀ। ਸ਼ਫਲ ਨਹੀਂ ਹੋਏਗੀ ਜੇ ਸਿੰਕਰਨਾਈਜ਼ ਲਿਖਾਂਗੇ, ਕਿਉਂਕਿ ਅਸੀਂ ਦੂਜੇ ਥ੍ਰੈਡ ਨੂੰ ਟਾਈਮ ਨਹੀਂ ਦੇ ਰਹੇ। ਇੱਥੇ ਤਿੰਨ ਥ੍ਰੈਡ ਕ੍ਰੀਏਟ ਹੋ ਗਏ ਨਾ, ਆਹ ਤਿੰਨ ਥ੍ਰੈਡ ਹੋ ਗਏ। ਇਹ ਹੈਲੋ ਪ੍ਰਿੰਟ ਇੱਕ ਥ੍ਰੈਡ ਕਰ ਰਿਹਾ ਹੈ, ਇੱਕ ਥ੍ਰੈਡ ਹੈਲੋ ਪ੍ਰਿੰਟ ਕਰ ਰਿਹਾ, ਦੂਜਾ ਥ੍ਰੈਡ ਸਿੰਕਰਨਾਈਜ਼ ਕਰ ਰਿਹਾ, ਤੀਸਰਾ ਵਰਡ ਪ੍ਰਿੰਟ ਕਰ। ਜੇ ਅਸੀਂ ਇਹਨਾਂ ਨੂੰ ਸਿੰਕਰਨਾਈਜ਼ ਨਹੀਂ ਕਰਦੇ ਤਾਂ ਜਾਂ ਤਾਂ ਹੈਲੋ ਵਾਲੇ ਨੂੰ ਵੱਧ ਟਾਈਮ ਮਿਲ ਜਾਏਗਾ, ਸਿੰਕਰਨਾਈਜ਼ ਨੂੰ ਘੱਟ ਮਿਲੇਗਾ, ਜਾਂ ਵਰਡ ਵਾਲੇ ਨੂੰ ਵੱਧ ਮਿਲ ਜਾਏਗਾ, ਤਾਂ ਉਹ ਆਪਦੀ ਆਊਟਪੁੱਟ ਜ਼ਿਆਦਾ ਕਰ ਜਾਏਗਾ, ਦੂਜੇ ਦਾ ਵਿਚਾਰੇ ਦਾ ਹਜੇ ਇੱਕ ਬ੍ਰੈਕਟ ਹੀ ਪ੍ਰਿੰਟ ਹੋਈ ਹੋਊਗੀ ਸਟਾਰਟ ਵਾਲੀ। ਇਦਾਂ ਦੇ ਪ੍ਰੋਬਲਮਸ ਆਉਣਗੀਆਂ, ਕਿਉਂਕਿ ਇਹ ਜਿਹੜੀ ਕਾਲਰ ਕਲਾਸ ਅਸੀਂ ਬਣਾਈ ਹੈ ਦੂਸਰੀ, ਇਹ ਥ੍ਰੈਡ ਕਲਾਸ ਹੈ। ਇਹ ਕਲਾਸ ਥ੍ਰੈਡ ਕ੍ਰੀਏਟ ਕਰਦੀ ਹੈ। ਕਲਾਸ ਦਾ ਨਾਮ ਹੈ ਕਾਲਰ, ਇੰਪਲੀਮੈਂਟਸ ਰਨੇਬਲ ਦੇ ਨਾਲ ਮੈਸੇਜ। ਆਹ ਕਾਲਮੀ ਉਹ ਉੱਪਰਲੀ ਕਲਾਸ ਹੈ ਜਿਸ ਦਾ ਇਹਨੇ ਆਬਜੈਕਟ ਕ੍ਰੀਏਟ ਕੀਤਾ। ਇਹ ਕਾਲਰ ਕਲਾਸ ਦਾ ਉਹ ਹੋ ਗਿਆ ਆਪਣਾ ਕੰਸਟਰਕਟਰ ਹੋ ਗਿਆ, ਜਿਸ ਦੇ ਵਿੱਚ ਅਸੀਂ ਇੱਕ ਨਵਾਂ ਥ੍ਰੈਡ ਕ੍ਰੀਏਟ ਕੀਤਾ ਤੇ ਉਸਨੂੰ ਸਟਾਰਟ ਕੀਤਾ ਹੈ। ਆਹ ਰਨ ਹੈ, ਰਨ ਨੇ ਟਾਰਗੇਟ ਦੀ ਕਾਲ ਮੈਥਡ ਨੂੰ ਕਾਲ ਕਰਿਆ, ਆਹ ਵਾਲਾ ਮੈਥਡ, ਮਤਲਬ ਉਹੀ ਮੈਸੇਜ ਜਿਹੜਾ ਇੱਥੋਂ ਹੈਲੋ ਨੇ ਇਹਨੂੰ ਦਿੱਤਾ, ਉਹ ਇਹਨੇ ਅੱਗੇ ਕਾਲ ਨੂੰ ਦੇਤਾ, ਇਹਨੂੰ ਦੇਤਾ ਵੀ ਤੂੰ ਪ੍ਰਿੰਟ ਕਰ। ਉਹ ਜਦੋਂ ਇਹਨੂੰ ਪ੍ਰਿੰਟ ਕਰੇਗਾ
ਤਾਂ ਉਹ ਇਸ ਨੂੰ ਤਿੰਨ ਹਿੱਸਿਆਂ 'ਚ ਵੰਡ ਰਿਹਾ, ਬ੍ਰੈਕਟ ਸ਼ੁਰੂ ਕਰ ਰਿਹਾ ਹੈ, ਫਿਰ ਉਹ ਮੈਸੇਜ ਜਿਹੜਾ ਹੈਲੋ ਜਾਂ ਸਿੰਕਰਨਾਈਜ਼ ਜਾਂ ਵਰਡ ਜੋ ਵੀ ਦਿੱਤਾ ਜਾ ਰਿਹਾ, ਫਿਰ ਉਹ ਸੌਂ ਜਾਂਦਾ ਹੈ। ਜਾਣ ਕੇ ਕਰਿਆ ਆਪਾਂ ਉਹ ਸਾਰਾ ਕੁਝ ਤਾਂ ਜੋ ਆਪਾਂ ਐਕਸਪੈਰੀਮੈਂਟ ਕਰ ਸਕੀਏ। ਉਹ 1 ਸੈਕਿੰਡ ਦੇ ਲਈ ਸੁਲਾਇਆ ਗਿਆ, ਸਲੀਪ ਕੀਤਾ ਗਿਆ, ਫਿਰ ਉਹ ਬ੍ਰੈਕਟ ਬੰਦ ਕਰਦਾ। ਹੁਣ ਉਹ ਜਦੋਂ ਸੌਂ ਜਾਏਗਾ, ਸਲੀਪ ਕਰ ਜਾਏਗਾ 1 ਸੈਕਿੰਡ ਲਈ, ਉਸ ਟਾਈਮ ਦੇ ਵਿੱਚ ਦੂਜਾ ਥ੍ਰੈਡ ਆ ਕੇ ਵਿੱਚ ਲੱਗ ਜਾਏਗਾ ਆਪਦਾ ਕੰਮ ਕਰਨ। ਮਤਲਬ ਕਿ ਮੰਨ ਲਓ ਹੈਲੋ ਪ੍ਰਿੰਟ ਕਰਨਾ, ਹੈਲੋ ਦੀ ਆ ਜਿਹੜੀ ਕਲੋਜ਼ਿੰਗ ਬ੍ਰੈਕਟ ਹੈ, ਇਹਦੇ ਪ੍ਰਿੰਟ ਹੋਣ ਤੋਂ ਪਹਿਲਾਂ ਸਿੰਕਰਨਾਈਜ਼ਡ ਪ੍ਰਿੰਟ ਹੋ ਜਾਏਗਾ। ਇਹ ਕੁਝ ਇਦਾਂ ਦੀ ਆਊਟਪੁੱਟ ਆ ਜਾਏਗੀ। ਮਤਲਬ ਬ੍ਰੈਕਟ ਸ਼ੁਰੂ ਹੋ ਜਾਏਗੀ, ਹੈਲੋ ਦਾ ਹੈਲੋ ਵੀ ਹੋ ਜਾਏਗਾ, ਮੰਨ ਲਓ ਸਹੀ ਹੋ ਗਿਆ। ਉਸ ਤੋਂ ਬਾਅਦ ਬ੍ਰੈਕਟ ਬੰਦ ਹੋਣੀ ਚਾਹੀਦੀ ਸੀ, ਪਰ ਉਹ ਬੰਦ ਕਰਨ ਤੋਂ ਪਹਿਲਾਂ ਉਹ ਸੌਂ ਗਿਆ, ਸਲੀਪ ਕਰ ਗਿਆ। ਆ ਦੇਖੋ, ਤਾਂ ਇਹਦੇ ਨਾਲ ਸਿੰਕਰਨਾਈਜ਼ਡ ਸ਼ੁਰੂ ਹੋ ਜਾਣਾ ਇੱਥੇ, ਸਿੰਕਰਨਾਈਜ਼ਡ, ਇਦਾਂ ਸਿੰਕਰਨਾਈਜ਼ਡ। ਉਹਦੀ ਬ੍ਰੈਕਟ ਬੰਦ ਹੋਣ ਤੋਂ ਪਹਿਲਾਂ ਅੱਗੇ ਵਰਡ ਸ਼ੁਰੂ ਹੋ ਜਾਣਾ, ਵਰਡ, ਫਿਰ ਤਿੰਨੋਂ ਹੀ ਬ੍ਰੈਕਟਾਂ ਇਕੱਠੀਆਂ ਹੀ ਬੰਦ ਹੋ ਜਾਣੀਆਂ ਨੇ ਪਿੱਛੇ ਜਾ ਕੇ। ਮਤਲਬ ਕਿ ਪ੍ਰੋਪਰ ਕੰਮ ਨਹੀਂ ਹੋਇਆ, ਕਿਉਂਕਿ ਥ੍ਰੈਡ ਇੱਕ ਦੂਜੇ ਨੂੰ ਇੰਟਰਪਟ ਕਰ ਰਹੇ ਨੇ। ਦੂਜਾ ਥ੍ਰੈਡ ਪਹਿਲੇ ਨੂੰ ਇੰਟਰਪਟ ਕਰ ਦਿੰਦਾ, ਉਹ ਸਲੀਪ ਕਰ ਰਿਹਾ ਸੀ ਉਹ। ਹੁਣ ਅਸੀਂ ਸ਼ੋਰ ਕੀ ਕਰਨਾ ਚਾਹੁੰਦੇ ਹਾਂ ਵੀ ਚਾਹੇ ਉਹ ਸਲੀਪ ਕਰੇ, ਚਾਹੇ ਜੋ ਮਰਜ਼ੀ ਕਰੇ, ਜਿੰਨਾ ਚਿਰ ਤੱਕ ਉਹ ਬਾਹਰ ਨਹੀਂ ਆਉਂਦਾ ਲੌਕ ਅਨਲੌਕ ਕਰਕੇ, ਅਸੀਂ ਦੂਜੇ ਥ੍ਰੈਡ ਨੂੰ ਟਾਈਮ ਨਹੀਂ ਦੇਣਾ। ਇਹ ਉਵੇਂ ਹੀ ਹੋ ਗਿਆ। ਏਟੀਐਮ ਵਾਲੇ ਕੰਸੈਪਟ ਨੂੰ ਥੋੜਾ ਜਿਹਾ ਬਦਲਦਾ ਵੀ ਉਹ ਬੰਦਾ ਅੰਦਰ ਗਿਆ, ਅੰਦਰ ਜਾ ਕੇ ਉਹਨੇ ਪੈਸੇ ਵੀ ਵਿਦਡਰਾ ਕਰ ਲਏ, ਉਸ ਤੋਂ ਬਾਅਦ ਉੱਥੇ ਆਰਾਮ ਨਾਲ ਉਹ ਬੈਠ ਗਿਆ, ਅੱਧਾ ਘੰਟਾ ਬੈਠਾ ਰਿਹਾ, ਪਿਆ ਬੈਠਾ ਰਹੇ, ਕੋਈ ਰੌਲਾ ਨਹੀਂ ਪਾ ਸਕਦਾ। ਉਹ ਜਦੋਂ ਉਹਦੀ ਮਰਜ਼ੀ ਹੋਏਗੀ, ਚਾਹੇ ਉਹ ਸੌਂ ਗਿਆ, ਕਹਿ ਲਓ ਅੰਦਰ ਜਾ ਕੇ ਉਹ ਸੌਂ ਗਿਆ, ਏਟੀਐਮ 'ਚ ਏਸੀ ਲੱਗਿਆ ਸੀ, ਉਹ ਸੌਂ ਗਿਆ, ਬਾਹਰ ਜਿਹੜੇ ਖੜੇ ਨੇ ਉਹ ਖੜੇ ਹੀ ਰਹਿਣਗੇ, ਉਹ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ, ਜਦੋਂ ਉਹਦੀ ਜਾਗ ਖੁੱਲੂਗੀ ਮਰਜ਼ੀ ਨਾਲ, ਉਹ ਉੱਠੂਗਾ, ਅਨਲੌਕ ਕਰਕੇ ਬਾਹਰ ਆਊਗਾ, ਤਾਂ ਦੂਜੇ ਨੂੰ ਅੰਦਰ ਜਾਣ ਦਾ ਮੌਕਾ ਮਿਲਦਾ। ਇਹ ਹੈ ਥ੍ਰੈਡ ਸਿੰਕਰਨਾਈਜ਼ੇਸ਼ਨ। ਮਤਲਬ ਦੂਜੇ ਥ੍ਰੈਡ ਨੂੰ ਟਾਈਮ ਨਹੀਂ ਦੇਣਾ ਜਿੰਨਾ ਚਿਰ ਪਹਿਲਾਂ ਆਪਦਾ ਕੰਮ ਨਹੀਂ ਕਰਨਾ, ਚਾਹੇ ਅੰਦਰ ਜਾ ਕੇ ਉਹ ਸੌਂ ਹੀ ਜਾਵੇ। ਸੋ ਜਦੋਂ ਅਸੀਂ ਇੱਥੇ ਸਿੰਕਰਨਾਈਜ਼ਡ ਵਰਡ ਲਿਖ ਦਾਂਗੇ, ਤਾਂ ਇਹ ਦੂਜੇ ਥ੍ਰੈਡ ਨੂੰ ਟਾਈਮ ਦੇਣਾ ਬੰਦ ਕਰ ਦੇਗਾ। ਪਹਿਲਾ ਥ੍ਰੈਡ ਆਪਦਾ ਕੰਮ ਕਰੇਗਾ, ਮੈਸੇਜ ਵੀ ਦੇਗਾ, ਕਲੋਜ਼ ਬ੍ਰੈਕਟ ਕਰੇਗਾ, ਬਾਹਰ ਆਏਗਾ, ਫਿਰ ਦੂਜਾ ਥ੍ਰੈਡ ਸਿੰਕਰਨਾਈਜ਼ ਵਾਲਾ ਜਾਏਗਾ, ਉਹ ਆਪਦਾ ਕੰਮ ਕੰਪਲੀਟ ਕਰੇਗਾ, ਫਿਰ ਤੀਜਾ ਥ੍ਰੈਡ ਵਰਡ ਵਾਲਾ ਜਾਏਗਾ, ਉਹ ਆਪਦਾ ਕੰਮ, ਫਿਰ ਆ ਪ੍ਰੋਪਰ ਆਊਟਪੁੱਟ ਜਿਹੜੀ ਸਾਨੂੰ ਇੱਥੇ ਦਿਖ ਰਹੀ ਹੈ ਇਦਾਂ ਦੀ ਆਏਗੀ। ਤੁਸੀਂ ਇਸ ਦੇ ਨਾਲ ਐਕਸਪੈਰੀਮੈਂਟ ਕਰ ਸਕਦੇ ਹੋ, ਇਹਨੂੰ ਰਨ ਕਰੋਗੇ ਇਸੇ ਤਰ੍ਹਾਂ ਦਾ ਬਿਹੇਵ ਕਰੇਗਾ। ਇੰਟਰ ਥ੍ਰੈਡ ਕਮਿਊਨੀਕੇਸ਼ਨ, ਥ੍ਰੈਡਸ ਦਾ ਆਪਸ ਵਿੱਚ ਤਾਲਮੇਲ ਬਣਾਉਣਾ। ਇੰਟਰ ਥ੍ਰੈਡ ਕਮਿਊਨੀਕੇਸ਼ਨ, ਆਪਸ ਵਿੱਚ ਉਹਨਾਂ ਦਾ ਤਾਲਮੇਲ ਬਣਾ ਕੇ ਰੱਖਣਾ ਹੈਗਾ। ਇਹ ਵੀ ਤਾਲਮੇਲ ਹੀ ਹੈ ਇੱਕ ਤਰ੍ਹਾਂ ਦਾ ਆਹ ਵਾਲਾ, ਪਰ ਇਹਦੇ 'ਚ ਰੈਸਟ੍ਰਿਕਸ਼ਨ ਲਾਈ ਗਈ ਹੈ ਵੀ ਦੂਜੇ ਥ੍ਰੈਡ ਨੂੰ ਤਾਂ ਅਸੀਂ ਟਾਈਮ ਦੇਣਾ ਨਹੀਂ, ਉਹਨਾਂ ਨੂੰ ਸਿੰਕਰਨਾਈਜ਼ ਕੀਤਾ ਗਿਆ, ਇੱਕ ਦਾ ਕੰਮ ਫਿਨਿਸ਼, ਫਿਰ ਦੂਜੇ ਦਾ, ਫਿਰ ਦੂਜੇ ਦਾ ਖਤਮ, ਫਿਰ ਤੀਜੇ ਦਾ। ਹੈਗਾ ਤਾਲਮੇਲ ਹੀ ਹੈ ਇੱਕ ਤਰ੍ਹਾਂ ਦਾ, ਇਹ ਇੱਕ ਦੂਜੇ ਨਾਲ ਉਹ ਪ੍ਰੋਪਰ ਵੇ ਦੇ ਵਿੱਚ ਆਪਦਾ ਕੰਮ ਕਰ ਰਹੇ ਨੇ। ਪਰ ਇਹ ਹੈ ਕਿ ਉਹਨਾਂ ਦਾ ਆਪਸ ਵਿੱਚ ਇੱਕ ਦੂਜੇ ਨੂੰ ਨੋਟੀਫਾਈ ਕਰਨਾ, ਇੱਕ ਦੂਜੇ ਨਾਲ ਕਮਿਊਨੀਕੇਟ ਕਰਨਾ, ਇੰਟਰ ਥ੍ਰੈਡ ਕਮਿਊਨੀਕੇਸ਼ਨ। Java includes an elegant inter-process communication mechanism via 3 ਮੈਥਡ ਨੇ ਸਾਡੇ ਕੋਲ, ਵੇਟ, ਨੋਟੀਫਾਈ, ਨੋਟੀਫਾਈ ਆਲ। ਇਹਨਾਂ ਦੀ ਮਦਦ ਨਾਲ ਥ੍ਰੈਡਸ ਇੱਕ ਦੂਜੇ ਨਾਲ ਕਮਿਊਨੀਕੇਟ ਕਰਦੇ ਨੇ। These methods are implemented as final methods in object, object ਇੱਕ ਕਲਾਸ ਹੈ, so all classes have them, so ਇਹਦੇ ਲਈ ਕੋਈ ਇੰਪੋਰਟ ਨਹੀਂ ਕਰਨਾ ਪੈਂਦਾ ਕਿਉਂਕਿ object ਕਲਾਸ ਹੈ ਜਿਹੜੀ ਅਵੇਲੇਬਲ ਹੈ। ਇਸੇ ਤਰ੍ਹਾਂ all 3 methods can be called only from the synchronized method, ਪਰ ਆਹ ਕੰਡੀਸ਼ਨ ਹੈ, ਇਹ ਜਿਹੜੇ ਮੈਥਡ ਨੇ ਤਿੰਨੋਂ ਹੀ, ਇਹ ਸਿਰਫ ਸਿੰਕਰਨਾਈਜ਼ਡ ਮੈਥਡ ਦੇ ਅੰਦਰੋਂ ਕਾਲ ਹੋ ਸਕਦੇ ਨੇ। ਤਾਂ ਹੀ ਮੈਂ ਕਿਹਾ ਸੀ ਕਿ ਆਹ ਵੀ ਇੱਕ ਪਾਰਟ ਹੈ ਤਾਲਮੇਲ ਦਾ, ਥ੍ਰੈਡ ਸਿੰਕਰਨਾਈਜੇਸ਼ਨ। ਜੇ ਥ੍ਰੈਡ ਸਿੰਕਰਨਾਈਜੇਸ਼ਨ ਹੋਏਗੀ ਤਾਂ ਇੰਟਰ ਥ੍ਰੈਡ ਕਮਿਊਨੀਕੇਸ਼ਨ ਪੋਸੀਬਲ ਹੈ, ਅਦਰਵਾਈਜ਼ ਨਹੀਂ। ਇਹਦੇ ਤੇ ਡਿਪੈਂਡ ਕਰਦਾ ਹੈ ਥ੍ਰੈਡ ਸਿੰਕਰਨਾਈਜੇਸ਼ਨ, ਮੈਥਡ ਸਿੰਕਰਨਾਈਜ਼ਡ ਹੋਣਾ ਚਾਹੀਦਾ, ਤਾਂ ਤੁਸੀਂ ਉਹਦਾ ਆਪਸ ਵਿੱਚ ਤਾਲਮੇਲ ਜਿਹੜਾ ਹੈ, ਕਮਿਊਨੀਕੇਸ਼ਨ ਹੈ, ਉਹ ਕਰ ਸਕਦੇ। ਸੋ ਮੈਥਡ ਹੈ ਵੇਟ, ਵੇਟ ਦਾ ਮਤਲਬ ਤੋਂ ਪਤਾ ਲੱਗ ਰਿਹਾ ਵੀ ਇਹ ਵੇਟ ਕਰੇਗਾ। tells the calling thread to give up the monitor and go to sleep until some other thread enters the same monitor and calls notify। ਹੁਣ ਇਹ ਮੋਡੀਫਾਈ ਕੀਤਾ ਗਿਆ ਪਿਛਲੇ ਕੰਸੈਪਟ ਨੂੰ ਜਿਹੜਾ ਆਪਾਂ ਪਿੱਛੇ ਪੜ੍ਹੇ, ਵੀ ਏਟੀਐਮ ਹੈ, ਬੰਦਾ ਅੰਦਰ ਗਿਆ, ਅੰਦਰ ਜਾ ਕੇ ਉਹਨੇ ਲੌਕ ਨਹੀਂ ਲਾਇਆ, ਉਹਨੇ ਆਪਣਾ, ਉਹ ਰੂਲ ਹੈ ਕਿ ਅੰਦਰ ਉਹ ਕੰਮ ਕਰ ਰਿਹਾ, ਕੰਮ ਕਰਕੇ ਉਹ ਸੌਂ ਗਿਆ। ਹੁਣ ਦੂਜਾ ਜਾਏਗਾ, ਉਹ ਸੁੱਤੇ ਪਏ ਨੂੰ ਉਠਾ ਦੇਗਾ, ਉਹਨੂੰ ਕਿਹਾ ਜਾਂਦਾ ਨੋਟੀਫਾਈ ਕਰਨਾ। ਇਹ ਮੈਂ ਥੋੜਾ ਜਿਹਾ ਹੋਰ ਇਹਨੂੰ ਬਦਲ ਰਿਹਾ ਵੀ ਬਾਹਰ ਲਾਈਨ ਨਹੀਂ ਲੱਗੀ ਹੋਈ, ਮੰਨ ਲਓ ਵੀ ਬਾਹਰ ਲਾਈਨ ਨਹੀਂ ਲੱਗੀ ਹੋਈ, ਇੱਕ ਬੰਦਾ ਆਇਆ, ਅੰਦਰ ਗਿਆ ਏਟੀਐਮ 'ਚ, ਉਹਨੇ ਪੈਸੇ ਵਿਦਡਰਾ ਕਰਵਾਏ,
ਵਿਦਡਰਾ ਕਰਕੇ ਉਹਨੇ ਦੇਖਿਆ ਵੀ ਬਾਹਰ ਤਾਂ ਕੋਈ ਲਾਈਨ ਨਹੀਂ ਲੱਗੀ, ਵੀ ਅੰਦਰ ਏਸੀ ਵਧੀਆ ਲੱਗਿਆ, ਚਲੋ ਸੌਂ ਜਾਂਦੇ ਆ। ਉਹ ਸੌਂ ਗਿਆ। ਇੱਥੇ ਸੌਂ ਨਹੀਂ, ਮਤਲਬ ਇੱਥੇ ਵੇਟ ਹੋ ਗਈ ਇੱਕ ਤਰ੍ਹਾਂ ਦੀ। ਮੈਂ ਇੱਥੇ ਸੌਂ ਵਰਡ ਗਲਤ, ਸਲੀਪ ਨਹੀਂ ਮੈਂ ਕਰਵਾ ਸਕਦਾ। ਮਤਲਬ ਉਹ ਵੇਟ ਕਰਨ ਲੱਗ ਗਿਆ ਵੀ ਕੋਈ ਹੋਰ ਆਏਗਾ, ਬਾਹਰੋਂ ਲੋਕ ਖੋਲੇਗਾ, ਫੇਰ ਮੈਂ ਬਾਹਰ ਨਿਕਲੂੰਗਾ। ਮੀਨਸ ਆਪ ਇਹ ਸਮਝ ਲਓ ਵੀ ਬੰਦਾ ਅੰਦਰ ਗਿਆ ਤੇ ਆਟੋਮੈਟਿਕਲੀ ਏਟੀਐਮ ਲੌਕ ਹੋ ਗਈ। ਉਹ ਅੰਦਰ ਜਾ ਕੇ ਆਪਦਾ ਕੰਮ ਕਰਨ ਲੱਗ ਗਿਆ, ਵਿਦਡਰਾ ਕਰ ਲਿਆ ਉਹਨੇ, ਪਰ ਉਹ ਬਾਹਰ ਨਹੀਂ ਨਿਕਲ ਸਕਦਾ ਕਿਉਂਕਿ ਬਾਹਰੋਂ ਲੋਕ ਲੱਗਿਆ ਹੈ। ਉਹ ਵੇਟ ਕਰੇਗਾ ਜਿੰਨਾ ਚਿਰ ਤੱਕ ਕੋਈ ਹੋਰ ਥ੍ਰੈਡ ਆ ਕੇ ਉਹਨੂੰ ਅਨਲੌਕ ਨਹੀਂ ਕਰਦਾ, ਉਹਨਾਂ ਚਿਰ ਤੱਕ ਵੇਟ ਕਰੇਗਾ। ਜਦੋਂ ਵੀ ਵੇਟ ਮੈਥਡ ਨੂੰ ਕਾਲ ਕੀਤਾ ਜਾਂਦਾ ਹੈ, ਥ੍ਰੈਡ ਇਸ ਤਰ੍ਹਾਂ ਨਾਲ ਬਿਹੇਵ ਕਰਨ ਲੱਗ ਜਾਂਦਾ ਹੈ। ਦੁਬਾਰਾ ਲਾਈਨ ਪੜ੍ਹ ਰਹੇ ਹਾਂ। ਵੇਟ ਟੈਲਸ ਦਾ ਕਾਲਿੰਗ ਥ੍ਰੈਡ, ਜਿਹੜਾ ਥ੍ਰੈਡ ਵੇਟ ਤੇ ਕਾਲ ਕਰੇਗਾ, to give up the monitor and go to sleep until some other thread enters the same monitor and calls notify। ਉਨਾ ਚਿਰ ਤੱਕ ਵੇਟ ਕਰੇਗਾ ਤੇ ਸਲੀਪ ਕਰੇਗਾ ਜਿੰਨਾ ਚਿਰ ਤੱਕ ਕੋਈ ਹੋਰ ਥ੍ਰੈਡ ਐਂਟਰ ਹੋ ਕੇ ਉਸੇ ਮਨੀਟਰ ਦੇ ਵਿੱਚ ਨੋਟੀਫਾਈ ਨਹੀਂ ਕਰਦਾ। ਨੋਟੀਫਾਈ ਮਤਲਬ ਉਹਨੂੰ ਜਗਾਉਂਦਾ ਨਹੀਂ, ਹਿਲਾ ਕੇ ਲਾ ਲਓ। ਤਾਂ ਨੋਟੀਫਾਈ ਦਾ ਮਤਲਬ ਹੈ ਜਗਾਉਣਾ। ਜਿਹੜਾ ਸਲੀਪ ਤੇ ਗਿਆ ਹੋਇਆ ਸੀ ਉਹਨੂੰ ਜਗਾਉਣਾ, ਸਲੀਪ ਕਰ ਰਿਹਾ ਸੀ ਜਿਹੜਾ ਪਹਿਲਾਂ ਵੇਟ ਕਰ ਰਿਹਾ ਸੀ ਜਿਹੜਾ। ਨੋਟੀਫਾਈ ਵੇਕਸ ਅਪ ਦਾ ਫਸਟ ਥ੍ਰੈਡ that called wait on the same object। ਜਿਹਨੇ ਪਹਿਲਾਂ ਵੇਟ ਕਰ ਰਿਹਾ ਸੀ ਉਹਨੂੰ ਨੋਟੀਫਾਈ ਵਾਲੇ ਨੇ ਜਗਾਤਾ, ਦੂਜਾ ਥ੍ਰੈਡ ਆ ਕੇ ਉਹਨੂੰ ਨੋਟੀਫਾਈ ਕਰੇਗਾ। ਸੇਮ ਇਸੇ ਤਰ੍ਹਾਂ ਨੋਟੀਫਾਈ ਆਲ ਹੈ, ਇਹਦੇ ਨਾਲ ਸਾਰੇ ਥ੍ਰੈਡ ਨੋਟੀਫਾਈ ਹੋ ਜਾਂਦੇ ਨੇ ਜਿੰਨੇ ਵੀ ਵੇਟ ਕਰ ਰਹੇ ਨੇ। ਵੇਕਸ ਅਪ ਆਲ ਦਾ ਥ੍ਰੈਡਸ that called wait on the same object। ਹੁਣ ਜਦੋਂ ਇੱਕ ਤੋਂ ਜ਼ਿਆਦਾ ਥ੍ਰੈਡ ਵੇਟ ਤੋਂ ਉੱਠਣਗੇ ਤਾਂ ਉਹਨਾਂ ਦੇ ਵਿੱਚ ਪਹਿਲਾ ਉਹ ਰਨ ਹੋਏਗਾ ਜਿਹਦੀ ਪ੍ਰਾਇੋਰਟੀ ਹਾਈ ਹੋਏਗੀ। The highest priority thread will run first। These methods are declared within object class। ਸੋ ਆ ਸਾਡੇ ਕੋਲ ਇਹਨਾਂ ਦੇ ਜਿਹੜਾ ਵੇਟ ਮੈਥਡ ਹੈ, ਇੰਟਰਪਟਡ ਐਕਸੈਪਸ਼ਨ ਥਰੋ ਕਰਦਾ, ਕੈਚ ਕਰਨੀ ਪਏਗੀ ਜਾਂ ਥਰੋਜ਼ ਕਲਾਸ 'ਚ ਦੇਣੀ ਪਏਗੀ। ਇਹ ਕੋਈ ਐਕਸੈਪਸ਼ਨ ਥਰੋ ਨਹੀਂ ਕਰਦੇ, ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। Additional forms of wait exist that allow you to specify a period of time to wait। ਵੇਟ ਮੈਥਡ 'ਚ ਅਸੀਂ ਟਾਈਮ ਵੀ ਦੇ ਸਕਦੇ ਹਾਂ ਵੀ ਕਿੰਨੇ ਟਾਈਮ ਲਈ ਵੇਟ ਕਰਨਾ, ਉਸ ਤੋਂ ਬਾਅਦ ਉਹ ਆਪਣੇ ਆਪ ਨੋਟੀਫਾਈ ਹੋ ਜਾਏਗਾ, ਆਪਣੇ ਆਪ ਉੱਠ। ਸੋ ਇਹ ਇੰਟਰ ਥ੍ਰੈਡ ਕਮਿਊਨੀਕੇਸ਼ਨ ਦੇ ਲਈ ਆ। ਇਹ ਤਾਲਮੇਲ ਤਾਂ ਹੀ ਬਣੇਗਾ ਜੇ ਤੁਸੀਂ ਸਿੰਕਰਨਾਈਜ਼ ਦੇ ਵਿੱਚ ਇਹਨੂੰ ਯੂਜ਼ ਕਰੋ, ਅਦਰਵਾਈਜ਼। ਸੋ ਇਹਨਾਂ ਮੈਥਡਸ ਦੇ ਬਾਰੇ ਆਪਾਂ ਨੂੰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਵੇਟ, ਨੋਟੀਫਾਈ, ਨੋਟੀਫਾਈ ਆ। ਸੋ ਇਹ ਸੀ ਸਾਡਾ ਮਲਟੀ ਥ੍ਰੈਡਿੰਗ ਦਾ ਕਨਸੈਪਟ।